ਭਾਰਤ ਅਤੇ ਕੈਨੇਡਾ ਦੇ ਕਲੇਸ਼ ਤੋਂ ਬਾਅਦ ਪੰਜਾਬੀਆਂ ਦੇ ਜਿਹੜੇ ਹੈ ਉਹ ਸਾਹ ਸੁੱਤੇ ਗਏ ਨੇ, ਕਿਉਂਕਿ ਭਾਰਤ ਨੇ ਹੁਣ ਵੀਜ਼ੇ ਵੀ ਜਿਹੜੇ ਆ ਉਹ ਬੰਦ ਕਰ ਦਿੱਤੇ ਆ। ਪਰ ਦੂਜੇ ਪਾਸੇ ਪੰਜਾਬੀਆਂ ਦੀ ਨੁਮਾਇੰਦਾ ਸਰਕਾਰ, ਪੰਜਾਬ ਸਰਕਾਰ ਜਿਹੜੀ ਹੈ ਉਹ ਪੰਜਾਬੀਅਤ ਦੀ ਆਵਾਜ਼ ਜਿਹੜੀ ਹੈ ਉਹ ਕੇਂਦਰ ਅੱਗੇ ਚੁੱਕ ਨਹੀਂ ਰਹੇ, ਕਿਉਂਕਿ ਪੰਜਾਬੀਆਂ ਦੇ ਸਾਹ ਇਸ ਕਰਕੇ ਸੁੱਤੇ ਆ ਕਿਉਂਕਿ ਅੱਧੇ ਪਰਿਵਾਰ ਸਾਡੇ ਕੈਨੇਡਾ ਦੇ ਵਿੱਚ ਨੇ, ਅੱਧੇ ਪਰਿਵਾਰ ਇੱਥੇ ਬੈਠੇ ਨੇ ਤੇ ਸਥਿਤੀਆਂ ਇਸ ਵਕਤ ਟੈਨਸ਼ਨ ਵਾਲੀਆਂ ਬਣ ਚੁੱਕੀਆਂ ਨੇ, ਸਥਿਤੀਆਂ ਤਣਾਅਪੂਰਨ ਬਣ ਚੁੱਕੀਆਂ ਨੇ। ਭਗਵੰਤ ਮਾਨ ਦੀ ਚੁੱਪੀ ਲੋਕਾਂ ਨੂੰ ਚੁਭਣ ਲੱਗੀ ਹੈ ਕਿ ਕਿਤੇ ਭਗਵੰਤ ਮਾਨ ਬੀਜੇਪੀ ਦੇ, ਆਰਐਸਐਸ ਦੇ, ਮੋਦੀ ਸ਼ਾਹ ਦੀ ਕਿਤੇ ਲਾਈਨ ਤੇ ਤਾਂ ਨਹੀਂ ਚੱਲ ਰਹੇ, ਕਿਉਂ ਪੰਜਾਬ ਦੀ ਆਵਾਜ਼ ਜਿਹੜੀ ਹੈ ਉੱਥੇ ਤੱਕ ਚੁੱਕ ਨਹੀਂ ਰਹੇ। ਔਰ ਦੂਜੇ ਪਾਸੇ ਗੱਲ ਜਿਹੜੀ ਆ ਕਰਾਂਗੇ ਕਿ ਭਾਰਤ ਸਰਕਾਰ ਨੇ ਵੀ ਸਥਿਤੀ ਸਪਸ਼ਟ ਕਰ ਦਿੱਤੀ ਹੈ ਕਿ ਵੀਜ਼ੇ ਜਿਹੜੇ ਆ ਕਦੋਂ ਤੱਕ ਬੰਦ ਰਹਿਣਗੇ, ਕਿਉਂ ਬੰਦ ਕੀਤੇ ਗਏ ਆ। ਗੱਲ ਇਸ ਤੇ ਵੀ ਕਰਨੀ ਹੈ, ਟੈਨਸ਼ਨ ਵਧਾਉਣ ਵਾਲੀ ਗੱਲ ਹੈ। ਔਰ ਦੂਜੇ ਪਾਸੇ ਇੱਕ ਮੁੱਖ ਮੰਤਰੀ ਦੇ ਵੱਲੋਂ, ਭਗਵੰਤ ਮਾਨ ਦੇ ਵੱਲੋਂ ਚਿੱਠੀ ਲਿਖੀ ਤਾਂ ਜ਼ਰੂਰ ਗਈ ਹੈ, ਪਰ ਉਹ ਇੱਕ ਹੋਰ ਮਸਲੇ ਨੂੰ ਲੈ ਕੇ ਲਿਖੀ ਗਈ ਹੈ। ਰਾਜਪਾਲ ਨੂੰ ਜਿਹੜੀ ਚਿੱਠੀ ਲਿਖੀ ਗਈ ਹੈ ਉਸ ਤੋਂ ਬਾਅਦ ਵੀ ਸਿਆਸਤ ਗਰਮਾਈ ਹੈ। ਸਵਾਲ ਇਹ ਵੀ ਖੜੇ ਹੋ ਗਏ ਆ ਕਿ ਜੇ ਰਾਜਪਾਲ ਨੂੰ ਚਿੱਠੀ ਲਿਖੀ ਜਾ ਸਕਦੀ ਹੈ ਤਾਂ ਫਿਰ ਪ੍ਰਧਾਨ ਮੰਤਰੀ ਨੂੰ ਪੰਜਾਬੀਆਂ ਦੇ ਮਸਲੇ 'ਚ ਕਿਉਂ ਨਹੀਂ। ਇਸ ਪੂਰੇ ਮਸਲੇ ਤੇ ਅਸੀਂ ਗੱਲਬਾਤ ਜਿਹੜੀ ਆ ਕਰਨੀ ਹੈ। ਮੁੱਖ ਮੰਤਰੀ ਕਸੂਤੇ ਘਿਰਿਆ ਔਰ ਨਵੀਂ ਅਪਡੇਟ ਜਿਹੜੀ ਆ ਉਹ ਵੀ ਦਵਾਂਗੇ ਵੀਜ਼ਿਆਂ ਦੇ ਸੰਬੰਧੀ, ਭਾਰਤ ਬਨਾਮ ਕੈਨੇਡਾ ਦੇ ਕਲੇਸ਼ ਦੇ ਸੰਬੰਧੀ ਵੀ। ਮੇਰੇ ਨਾਲ ਡਾਕਟਰ ਹਰਵਿੰਦਰ ਸਿੰਘ ਪੱਟੀ ਸਾਹਿਬ ਜੁੜ ਚੁੱਕੇ ਆ। ਸਾਰੀ ਖਬਰ ਤੇ ਮੈਂ ਗੱਲਬਾਤ ਕਰ ਲਈ, ਉਹਨਾਂ ਦਾ ਪਹਿਲਾਂ ਸਵਾਗਤ ਕਰਦਾ। ਪੱਟੀ ਸਾਹਿਬ, ਸਵਾਗਤ ਹੈ ਤੁਹਾਡਾ ਰੋਜ਼ਾਨਾ ਲੋਕਾਂ ਦੀ। ਸੁਰਿੰਦਰ ਜੀ ਸਤਿ ਸ੍ਰੀ ਅਕਾਲ, ਸਰੋਤਿਆਂ ਨੂੰ ਵੀ ਪਿਆਰ ਭਰੀ ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਸਰ। ਜਿਹੜੀਆਂ ਰਾਤ ਸਥਿਤੀਆਂ ਤੁਸੀਂ ਇਸ ਪੂਰੀ ਸਥਿਤੀ ਦੇ ਉੱਪਰ ਸਪਸ਼ਟ ਕੀਤੀਆਂ ਨੇ ਉਹ ਲੋਕਾਂ ਨੇ ਬਹੁਤ ਜਿਹੜੀਆਂ ਖੂਬ ਪਸੰਦ ਕੀਤੀਆਂ ਨੇ ਔਰ ਬਹੁਤ ਜਾਣਕਾਰੀ ਭਰਪੂਰ ਜਿਹੜੀ ਉਹ ਗੱਲ ਸੀਗੀ। ਔਰ ਪੱਟੀ ਸਾਹਿਬ, ਮੈਂ ਹੁਣ ਇਸੇ ਤੇ ਆਉਣਾ ਚਾਹੁੰਦਾ, ਜਿਹੜੀ ਰਾਜਪਾਲ ਨੂੰ ਚਿੱਠੀ ਲਿਖੀ ਉਹ ਆਪਾਂ ਬਾਅਦ ਚ ਗੱਲ ਕਰਦੇ ਹਾਂ। ਜ਼ਿਆਦਾ ਅਹਿਮ ਇਹ ਹੈ ਕਿ ਭਾਰਤ ਨੇ ਕੈਨੇਡਾ ਦੇ ਜਿਹੜੇ ਆ ਉਹ ਵੀਜ਼ੇ ਬੰਦ ਕਰ ਦਿੱਤੇ ਆ। ਹਾਲਾਂਕਿ ਰਾਹਤ ਦੀ ਖਬਰ ਇਹ ਹੈ ਕਿ ਹਾਲੇ ਤੱਕ ਜਿਹੜੀ ਜਵਾਬੀ ਕਾਰਵਾਈ ਚੱਲ ਰਹੀ ਸੀ, ਭਾਰਤ ਇੱਕ ਚੀਜ਼ ਕਰਦਾ ਸੀ, ਦੂਜੇ ਪਾਸੇ ਉਹ ਕੈਨੇਡਾ ਕਰ ਦਿੰਦਾ ਸੀ। ਹੁਣ ਕੈਨੇਡਾ ਕਰਦਾ ਤਾਂ ਦੂਜੇ ਪਾਸੇ ਭਾਰਤ ਕਰ ਦਿੰਦਾ। ਹੁਣ ਜਦੋਂ ਭਾਰਤ ਨੇ ਵੀਜ਼ੇ ਬੰਦ ਕੀਤੇ ਆ, ਰਾਹਤ ਦੀ ਖਬਰ ਇਹ ਹੈ ਕਿ ਹਾਲੇ ਕੈਨੇਡਾ ਨੇ ਬੰਦ ਜਿਹੜੇ ਉਹ ਵੀਜ਼ੇ ਨਹੀਂ ਕੀਤੇ। ਪਰ ਵੀਜ਼ੇ ਬੰਦ ਕਦੋਂ ਤੱਕ ਰਹਿਣਗੇ ਇਹ ਵੀ ਭਾਰਤ ਨੇ ਜਿਹੜੀ ਸਥਿਤੀ ਸਪਸ਼ਟ ਕੀਤੀ ਹੈ। ਇਹ ਵੀ ਤੁਸੀਂ ਦੱਸਿਓ ਕਿ ਸਥਿਤੀ ਸਪਸ਼ਟ ਜਿਹੜੀ ਹੈ ਉਹ ਕਦੋਂ ਤੱਕ ਵੀਜ਼ੇ ਬੰਦ ਰਹਿਣ ਵਾਲੀ ਹੈ ਔਰ ਦੂਜੇ ਪਾਸੇ ਇਹ ਬੰਦ ਕਿਉਂ ਕਰਨੀ ਪਈ ਤੇ ਖਾਸ ਕਰਕੇ ਭਗਵੰਤ ਮਾਨ ਚੁੱਪ ਕਿਉਂ ਨੇ। ਭਗਵੰਤ ਮਾਨ ਸਾਡੇ ਪੰਜਾਬੀਆਂ ਦੇ ਦਿਲਾਂ ਦੇ ਵਿੱਚ ਜਿਹੜਾ ਡਰ ਬਣਿਆ ਹੋਇਆ ਉਹ ਡਰ ਨੂੰ ਲੈ ਕੇ ਪ੍ਰਧਾਨ ਮੰਤਰੀ ਤੱਕ, ਕੇਂਦਰ ਸਰਕਾਰ ਤੱਕ ਪਹੁੰਚ ਕਿਉਂ ਨਹੀਂ ਕਰਦੇ ਕਿ ਭਾਈ ਸਾਡਾ ਪੰਜਾਬ ਤਾਂ ਪੂਰਾ ਨਿਰਭਰ ਹੈ ਕੈਨੇਡਾ ਦੇ ਉੱਪਰ, ਸਾਡੇ ਪਰਿਵਾਰ ਉੱਧਰ ਬੈਠੇ ਹੋਏ ਆ, ਅਸੀਂ ਇੱਧਰ ਬੈਠੇ ਹੋਏ ਆ ਅੱਧੇ ਜਣੇ ਔਰ ਪੂਰੇ ਦੀ ਪੂਰੀ ਤਰ੍ਹਾਂ ਉੱਤੇ ਨਿਰਭਰ ਹੈਗੀ ਇੱਕ ਦੂਜੇ ਦੇ ਆਦਾਨ ਪ੍ਰਦਾਨ ਤੇ। ਤਾਂ ਫਿਰ ਇਸ ਤਰੀਕੇ ਨਾਲ ਆਵਾਜ਼ ਚੁੱਕੀ ਕਿਉਂ ਨਹੀਂ ਜਾ ਰਹੀ। ਦੋਵੇਂ ਸਥਿਤੀਆਂ ਸਪਸ਼ਟ ਕਰ ਦਿਓ ਕਿ ਕਦੋਂ ਤੱਕ ਵੀਜ਼ੇ ਬੰਦ ਰਹਿਣਗੇ, ਭਾਰਤ ਸਰਕਾਰ ਕੀ ਕਹਿੰਦੀ ਹੈ ਔਰ ਭਗਵੰਤ ਮਾਨ ਦੀ ਮਜਬੂਰੀ ਕੀ ਹੈ ਕਿ ਚੁੱਪ ਕਿਉਂ ਨੇ। ਸੁਖਵਿੰਦਰ ਜੀ ਦੇਖੋ, ਇੱਕ ਤਾਂ ਸਾਰਿਆਂ ਨੂੰ ਪਤਾ ਹੀ ਹੈ ਹੁਣ ਵੀ ਕਿਵੇਂ ਸ਼ੁਰੂ ਹੋਈ ਗੱਲ, ਕਿਵੇਂ ਪਾਰਲੀਮੈਂਟ 'ਚ ਟਰੂਡੋ ਨੇ ਕਿਹਾ ਤੇ ਕਿਸ ਤਰ੍ਹਾਂ ਅਸੀਂ ਰਿਐਕਟ ਕਰਿਆ। ਅੱਜ ਫੋਰਨ ਮਿਨਿਸਟਰੀ ਦੇ ਜਿਹੜੇ ਸਪੋਕਸਪਰਸਨ ਨੇ ਅਰਿੰਦਮ ਬਾਗਚੀ, ਉਹਨਾਂ ਨੇ ਇਸ ਮਸਲੇ ਨੂੰ ਐਡਰੈਸ ਕੀਤਾ ਹੈ। ਉਹਨਾਂ ਨੇ ਇੱਕ ਗੱਲ ਬੜੀ ਸਪਸ਼ਟ ਕਹੀ ਹੈ ਕਿ ਸਾਨੂੰ ਕੋਈ ਸਪੈਸੀਫਿਕ ਇਨਫੋਰਮੇਸ਼ਨ ਕੈਨੇਡੀਅਨ ਗਵਰਨਮੈਂਟ ਨੇ ਸ਼ੇਅਰ ਨਹੀਂ ਕੀਤੀ। ਇਹ ਜ਼ਿਆਦਾ ਪ੍ਰਾਪੇਗੰਡੇ ਵਾਲੀ ਗੱਲ ਕਰਦਾ ਹੈ। ਦੂਜੇ ਪਾਸੇ ਹੈ ਕਿ ਅਮਰੀਕਾ ਦਾ ਰੌਲਾ ਪੈਂਦਾ ਰਿਹਾ ਵਿੱਚ ਦੀ, ਉਹਨਾਂ ਨੇ ਵੀ ਸਪਸ਼ਟ ਕੀਤਾ ਹੈ ਕਿ ਅਸੀਂ ਕੋਈ ਰਿਵਰਸ ਨਹੀਂ ਕੀਤਾ। ਉਹ ਲਗਭਗ 5 ਕੰਟਰੀ, ਆਸਟ੍ਰੇਲੀਆ, ਨਿਊਜ਼ੀਲੈਂਡ, ਅਮਰੀਕਾ, ਕੈਨੇਡਾ ਤੇ UK, ਇਹਨਾਂ ਨੂੰ 5I ਕਹਿੰਦੇ ਨੇ, ਉਹ ਇਕੱਠੇ ਖੜੇ ਨੇ ਇਸ ਗੱਲ ਦੇ ਉੱਪਰ। ਇਹਨਾਂ ਨੇ ਥੋੜਾ ਸਪਸ਼ਟ ਇਸ ਕਰਕੇ ਕਰਨ ਦੀ ਕੋਸ਼ਿਸ਼ ਕੀਤੀ ਹੈ ਕਿ ਅਸੀਂ ਡਿਪਲੋਮੈਟਿਕਲੀ ਕੋਈ ਅਸੀਂ ਗਲਤ ਗੱਲ ਨਹੀਂ ਕਰ ਰਹੇ। ਸਾਡੇ ਵੱਲੋਂ ਉਹਨਾਂ ਨੂੰ ਬੜਾ ਠੀਕ ਰਿਸਪੌਂਸ ਦਿੱਤਾ ਜਾ ਰਿਹਾ ਹੈ, ਪਰ ਕਿਉਂਕਿ ਉਹਨਾਂ ਨੇ ਡਿਪਲੋਮੈਟ ਇਹਨਾਂ ਦਾ ਪਹਿਲਾਂ ਕਾਰਜ ਕਰਿਆ, ਫਿਰ ਇਹਨਾਂ ਨੇ ਕਰਿਆ, ਫਿਰ ਇਹਨਾਂ ਨੇ ਉਹਨੂੰ ਬੁਲਾਇਆ, ਫਿਰ ਇਹ ਵੀ ਹੋਇਆ ਕਿ ਕੈਨੇਡਾ ਦਾ ਇੱਥੇ ਸਟਾਫ ਆਪਣੇ ਜ਼ਿਆਦਾ ਹੈ, ਉੱਥੇ ਸਾਡਾ ਘੱਟ ਹੈ। ਕੈਨੇਡਾ ਨੇ ਇਹ ਵੀ ਵਿਚਲੀ ਕਿਹਾ ਸੀ ਕਿ ਅਸੀਂ ਆਪਣਾ ਸਟਾਫ ਘਟਾ ਦੇਵਾਂਗੇ, ਤੇ ਉਹ ਵੀ ਇੱਕ ਤਰੀਕਾ ਹੁੰਦਾ ਡਿਪਲੋਮੈਟਿਕ ਪ੍ਰੈਸ਼ਰ ਦਾ। ਇੰਡੀਆ ਨੇ ਮਤਲਬ ਕੈਨੇਡੀਅਨ ਸਿਟੀਜ਼ਨਸ ਦੇ ਵੀਜ਼ੇ ਬੰਦ ਕਰਤੇ, ਜਿਹਦੇ ਬਾਰੇ ਇੱਕ ਤਾਂ ਸੁਖਵਿੰਦਰ ਜੀ ਬੜਾ ਵੱਡਾ ਭੁਲੇਖਾ ਹੈ ਕਿ ਜਿਹੜੇ ਇੰਡੀਅਨ ਪਾਸਪੋਰਟ ਹੋਲਡਰ ਨੇ ਉਹਨਾਂ ਦੇ ਉੱਪਰ ਇਹਦਾ ਕੋਈ ਅਸਰ ਨਹੀਂ ਹੋਣਾ। ਅੱਛਾ, ਇਹ ਗੱਲ ਤੁਸੀਂ ਸਪਸ਼ਟ ਕੀਤੀ ਹੈ। ਹਾਂਜੀ ਹਾਂ। ਅੱਛਾ, ਉਹਨਾਂ ਤੇ ਅਸਰ ਹੋਊਗਾ ਸਿਰਫ ਕਿ ਜਿਹੜੇ ਕੈਨੇਡੀਅਨ ਸਿਟੀਜ਼ਨ ਬਣ ਚੁੱਕੇ ਨੇ ਸਾਡੇ ਲੋਕ, ਜਿਨ੍ਹਾਂ ਨੇ ਉਹ ਤੇ ਗੱਲ ਹੈ ਹੀ ਕੱਢਤੀ ਹੈ। ਬਿਲਕੁਲ, ਜਿਨ੍ਹਾਂ ਨੂੰ ਵੀਜ਼ੇ ਦੀ ਲੋੜ ਹੈ, ਜਿਹੜੇ ਉੱਥੋਂ ਦੇ ਸਿਟੀਜ਼ਨ ਨੇ, ਉਹ ਤੇ ਗੱਲ ਹੈ ਹੀ ਆ। ਉਹ ਵੀ ਇੱਕ ਬੜੀ ਚਿੰਤਾ ਦਾ ਵਿਸ਼ਾ ਹੀ ਹੈ। ਲਾਰਜਲੀ ਸਾਡੇ ਪੰਜਾਬੀ
ਇੰਡੀਅਨ ਪਾਸਪੋਰਟ ਹੋਲਡਰ ਨੇ, ਇਸ ਕਰਕੇ ਉਹਨਾਂ ਨੂੰ ਇੰਨਾ ਘਬਰਾਉਣ ਦੀ ਕੋਈ ਜ਼ਰੂਰਤ ਨਹੀਂ ਹੈ। ਦੂਜੀ ਗੱਲ ਇਹ ਹੈ ਕਿ ਪੰਜਾਬ ਗੌਰਮੈਂਟ ਹੈ ਜਿਹੜੀ ਅਸਲ ਦੇ ਵਿੱਚ, ਕਿਉਂਕਿ ਐਨਆਰਆਈਜ਼ ਦਾ ਬਹੁਤ ਇਹਨਾਂ ਦੇ ਵਿੱਚ ਕੰਟਰੀਬਿਊਸ਼ਨ ਹੈ, ਐਨਆਰਆਈਜ਼ ਨੇ ਬੜੇ ਫੰਡ ਦਿੱਤੇ ਨੇ, ਬਹੁਤ ਸਾਰੇ ਐਨਆਰਆਈਜ਼ ਤਾਂ ਗੌਰਮੈਂਟ ਦੇ ਐਡਵਾਈਜ਼ਰ ਵੀ ਬੈਠੇ ਨੇ ਆਏ। ਸੋ ਇਹ ਮਤਲਬ ਇਹਨਾਂ ਨੂੰ ਚਾਹੀਦਾ ਹੈ ਕਿ ਇਹ ਉਹਨਾਂ ਦਾ ਫਿਕਰ ਕਰਨ, ਕਿਉਂਕਿ ਸਾਡਾ ਅੱਧਾ ਹਿੱਸਾ, ਜਿਵੇਂ ਕਈ ਪਰਿਵਾਰਾਂ ਦਾ ਤਾਂ ਦਿਲ ਉੱਥੇ ਵਸਦਾ ਹੈ, ਸਰੀਰ ਇੱਥੇ ਹੈ ਅਸਲ ਦੇ ਵਿੱਚ। ਸੋ ਚਾਹੀਦਾ ਇਹਨਾਂ ਨੂੰ ਇਹ ਸੀ ਕਿ ਤੁਰੰਤ ਭਾਵ ਦੇ ਨਾਲ ਇੱਕ ਤਾਂ ਇਨਫੋਰਮੇਸ਼ਨ ਸੈਂਟਰ ਖੋਲ੍ਹਦੇ, ਕੋਈ ਪ੍ਰੋਪਰ ਇਨਫੋਰਮੇਸ਼ਨ ਦਿੰਦੇ ਉਹਨਾਂ ਨੂੰ। ਦੂਜੀ ਇਹ ਹੈ ਕਿ ਸੈਂਟਰਲ ਗਵਰਨਮੈਂਟ ਨੂੰ ਇਹ ਕਹਿੰਦੇ ਕਿ ਤੁਸੀਂ ਥੋੜਾ ਬਹੁਤ ਰਿਸਟ੍ਰੇਂਟ ਰੱਖੋ। ਇਹ ਪਤਾ ਨਹੀਂ, ਮੇਰਾ ਖਿਆਲ ਹੈ ਕਿਉਂਕਿ ਇਹਨਾਂ ਦੀ ਫੋਰਨ ਪਾਲਿਸੀ ਦਾ ਮਾਮਲਾ ਇਸ ਤਰ੍ਹਾਂ ਦਾ ਹੀ ਹੈ। ਮਾਨ ਸਾਹਿਬ ਦਾ ਤੁਹਾਨੂੰ ਯਾਦ ਹੋਣਾ, ਉਹਨਾਂ ਨੇ ਗੋਲਡੀ ਬਰਾੜ ਨੂੰ ਕਿਹਾ ਸੀ, ਮੈਨੂੰ ਅਮਰੀਕਾ ਵਾਲਿਆਂ ਨੇ ਫੋਨ ਕਰਿਆ ਐਜ਼ ਏ ਹੈਡ ਆਫ ਸਟੇਟ। ਹਾਲਾਂਕਿ ਇਹਨਾਂ ਨੂੰ ਇਹ ਨਹੀਂ ਪਤਾ ਕਿ ਅਮਰੀਕਾ ਦੇ ਵਿੱਚ ਸਟੇਟ ਜਿਹੜੀ ਹੈ ਉਹਦਾ ਹੈਡ ਤੇ ਚੀਫ ਮਿਨਿਸਟਰ ਦਾ ਰੁਤਬਾ ਕੀ ਹੁੰਦਾ ਹੈ। ਸੋ ਇਹਨਾਂ ਨੂੰ ਮੇਰਾ ਖਿਆਲ ਹੈ ਜ਼ਿਆਦਾ ਜਾਣਕਾਰੀ ਹੋਈ ਨਹੀਂ ਹੈ। ਦਿੱਲੀ ਵਾਲਿਆਂ ਦਾ ਕੋਈ ਇੰਟਰਸਟ ਨਹੀਂ, ਕਿਉਂਕਿ ਦਿੱਲੀ ਵਾਲੇ ਜ਼ਿਆਦਾਤਰ ਗਵਰਨਮੈਂਟ ਚਲਾਉਂਦੇ ਨੇ, ਪਰ ਇਹਨਾਂ ਨੇ ਉਹ ਸੈਂਸਿਟੀਵਿਟੀ ਜਿਹੜੀ ਇਹਨਾਂ ਤੋਂ ਆਸ ਸੀ ਉਹ ਨਹੀਂ ਸ਼ੋ ਕੀਤੀ। ਸਾਡੇ ਸਟੂਡੈਂਟ ਬੜੇ ਘਬਰਾਏ ਹੋਏ ਨੇ, ਉਹਨਾਂ ਦੇ ਮਾਪੇ ਬੜੇ ਘਬਰਾਏ ਹੋਏ ਨੇ, ਕਿਉਂਕਿ ਬਹੁਤ ਸਾਰੇ ਲੋਕ ਬਜ਼ੁਰਗ ਇੱਕੋ ਜ਼ਮੀਨਾਂ ਨੂੰ ਵੇਚ ਕੇ ਉੱਥੇ ਜਾ ਬੈਠੇ ਨੇ। ਬਿਲਕੁਲ। ਉਹਨਾਂ ਦੇ ਜਿਹੜੇ ਇੱਧਰ ਰਿਸ਼ਤੇਦਾਰ ਨੇ, ਜੇ ਤੁਸੀਂ ਕਾਲ ਰਿਕਾਰਡਿੰਗਸ ਦੇਖੋ ਨਾ, ਬਹੁਤ ਵੱਡੇ ਪੱਧਰ ਤੇ ਫੋਨ ਦੇ ਉੱਪਰ ਰੋਜ਼ ਪੰਜਾਬ ਹੈ ਜਿਹੜਾ ਕੈਨੇਡਾ ਨਾਲ ਜੁੜਿਆ। ਸੋ ਇਸ ਕਰਕੇ ਹੈ ਕਿ ਸਰਕਾਰ ਨੂੰ ਅਜੇ ਵੀ ਚਾਹੀਦਾ ਹੈ ਕਿ ਫੋਰਨ ਮਿਨਿਸਟਰੀ ਹੈ ਜਿਹੜੀ ਆਪਣੇ ਉਹਦੇ ਨਾਲ ਵੀ ਸੰਪਰਕ ਕਰਨ। ਕਮ ਸੇ ਕਮ ਜੇ ਹੋਰ ਕੁਝ ਨਹੀਂ ਕਰ ਸਕਦੇ ਤਾਂ ਇੱਕ ਇਨਫੋਰਮੇਸ਼ਨ, ਕ੍ਰੈਡੀਬਲ ਇਨਫੋਰਮੇਸ਼ਨ ਤਾਂ ਦੇਣ ਦੇ ਸੈਂਟਰ ਖੋਲ ਦੇਣ ਨਾ, ਪੰਜਾਬ 'ਚ ਵੀ ਤੇ ਕੈਨੇਡਾ 'ਚ ਵੀ। ਬਿਲਕੁਲ। ਡਾਕਟਰ ਸਾਹਿਬ, ਜਿਹੜੀ ਪ੍ਰੈਸ ਕਾਨਫਰੰਸ ਕੀਤੀ ਹੈ, ਥੋੜੀ ਜੀ ਮੈਂ ਘੱਟ ਸ਼ਬਦਾਂ 'ਚ ਕਹੂੰਗਾ ਕਿ ਉਹਨਾਂ ਨੇ ਕੀ ਸਥਿਤੀ ਸਪਸ਼ਟ ਕੀਤੀ, ਕਦੋਂ ਤੱਕ ਵੀਜ਼ੇ ਜਿਹੜੇ ਬੰਦ ਰਹਿਣਗੇ ਔਰ ਕਿਉਂ ਕਰਨੇ ਪਏ ਆ। ਉਸ ਤੋਂ ਬਾਅਦ ਆਪਾਂ ਭਗਵੰਤ ਮਾਨ ਵਾਲੀ ਸਥਿਤੀ ਤੇ ਆਈਏ। ਦੇਖੋ, ਉਹਨਾਂ ਨੇ ਕਿਹਾ ਵੀ ਇਹ ਟੈਂਪਰੇਰੀ ਮੈਜਰ ਹੈ, ਅਸੀਂ ਇਹ ਅਗਲੇ ਦੇਸ਼ਾਂ ਤੱਕ ਕਰੇ ਨੇ। ਅਗਲੇ ਦੇਸ਼ਾਂ ਦੇ ਦੋ ਮਤਲਬ ਕੱਢ ਲਏ ਜਾਂਦੇ ਨੇ ਅਕਸਰ। ਉਹ ਹੁੰਦਾ ਕਿ ਸਦਾ ਲਈ ਹੀ ਕਰਦੇ ਨੇ ਜੀ, ਅਗਲੇ ਦੇਸ਼ ਪਤਾ ਨਹੀਂ ਕਦੋਂ ਹੋਣਗੇ। ਅਗਲੇ ਦੇਸ਼ਾਂ ਦਾ ਇਹ ਵੀ ਮਤਲਬ ਹੁੰਦਾ ਵੀ ਇੱਕ ਦਿਨ ਚ ਵੀ ਆ ਸਕਦੇ ਨੇ। ਹੈ ਤਾਂ ਉਹ ਟੈਂਪਰੇਰੀ ਮੈਜਰ, ਪਰ ਇਹ ਹੈ ਕਿ ਉਹਨਾਂ ਨੇ ਇਸ ਚੀਜ਼ ਦੇ ਵਿੱਚ ਇਹਨੂੰ ਦੇਖਦੇ ਹੋਏ ਕਰਿਆ ਕਿ ਉਹਨਾਂ ਦੇ ਉੱਪਰ ਅਸੀਂ ਪ੍ਰੈਸ਼ਰ ਬਿਲਡ ਕਰੀਏ। ਹਾਲਾਂਕਿ ਇਹਦਾ ਕੋਈ ਪਰਪਸ ਕੋਈ ਨਹੀਂ। ਤੁਸੀਂ ਦੇਖੋ, ਉੱਥੇ ਗੁਰਪ੍ਰੀਤ ਸਿੰਘ ਪੰਨੂ ਨੇ ਮਤਲਬ ਬੜੀ ਪੈਨਿਕ ਲਾਈ ਕਿ ਹਿੰਦੂਆਂ ਨੂੰ ਛੱਡ ਕੇ ਚਲੇ ਜਾਣਾ ਚਾਹੀਦਾ। ਅਤੇ ਹਿੰਦੂ ਫੋਰਮ ਦੇ ਵੱਲੋਂ ਵੀ ਸਟੇਟਮੈਂਟ ਉੱਥੋਂ ਆਈ ਹੈ ਕਿ ਸਾਨੂੰ ਖਤਰਾ ਹੈ, ਵਿਚ ਮੀਨਸ ਕਿ ਜਿਹੜੀ ਕੈਨੇਡੀਅਨ ਗਵਰਨਮੈਂਟ ਹੈ, ਮੇਰਾ ਖਿਆਲ ਹੈ ਸਾਰੀ ਐਪੀਸੋਡ ਦੇ ਵਿੱਚ ਉਹ ਹੁਣ ਡਿਫੈਂਸ ਦੇ ਉੱਪਰ ਚਲੀ ਗਈ ਹੈ। ਸਾਰੇ ਲੋਕ ਜਿਹੜੇ ਰੀਜ਼ਨੇਬਲ ਨੇ, ਈਵਨ ਸ਼ਸ਼ੀ ਥਰੂਰ ਦਾ ਬਿਆਨ ਆਇਆ, ਉਹ ਕਹਿੰਦਾ ਵੀ ਤੁਸੀਂ ਮਤਲਬ ਖੋਪੇ ਲਾ ਕੇ, ਜਿਹੜਾ ਵੈਸਟਰਨ ਮੀਡੀਆ ਹਮੇਸ਼ਾ ਹੀ ਚੱਲਦਾ ਹੈ ਵੀ ਤੁਸੀਂ ਦੂਜੇ ਮੁਲਕਾਂ ਦੇ ਵਿੱਚ ਆਪਣੀ ਏਜੰਸੀਆਂ ਰਾਹੀਂ ਕਿੰਨੇ ਬੰਦੇ ਮਰਾਉਂਦੇ ਰਹੇ ਹੋ, ਕਦੇ ਬੋਲੇ ਨਹੀਂ ਤੁਸੀਂ। ਵੈਸਟਰਨ ਮੀਡੀਆ ਗੱਲ ਨਹੀਂ ਕਰਦਾ ਉਹਦੇ ਬਾਰੇ, ਉਹਨੇ ਵੀ ਇਸ਼ੂ ਚੱਕਿਆ ਹੈ। ਦੂਜੇ ਪਾਸੇ ਹੈ ਕਿ ਅੱਜ ਹੀ ਸਾਡੇ ਉੱਤੇ ਇੱਕ ਮਤਲਬ ਨੌਨ ਗੈਂਗਸਟਰ ਹੈ ਜਿਹੜਾ ਦਿਨ ਦਿਹਾੜੇ ਮਾਰ ਦਿੱਤਾ ਗਿਆ। ਸੋ ਜਿਹੜੀ ਕੈਨੇਡਾ ਦੀ ਮਾਊਂਟਡ ਪੁਲਿਸ ਦਾ ਜਾਂ ਹੋਰ ਗਵਰਨਮੈਂਟ ਦਾ ਜਿਹੜਾ ਇੱਕ ਇਮੇਜ ਹੈ, ਮੇਰਾ ਖਿਆਲ ਹੈ ਉਹ ਜ਼ਿਆਦਾ ਡਾਊਨ ਜਾ ਰਿਹਾ ਹੈ। ਕਿ ਜੇ ਤੁਸੀਂ ਸਿਟੀਜ਼ਨ ਨੂੰ ਪ੍ਰੋਟੈਕਟ ਨਹੀਂ ਕਰ ਸਕਦੇ, ਸਾਡੇ ਪੰਜਾਬੀ ਜਾਂ ਸਾਡੇ ਇੰਡੀਅਨ ਜੇ ਉੱਥੇ ਸਿਟੀਜ਼ਨ ਬਣ ਗਏ ਨੇ, ਉਹਨਾਂ ਨੇ ਤੁਹਾਡੇ ਮਤਲਬ ਦੇਸ਼ ਨੂੰ ਪ੍ਰੈਫਰ ਕੀਤਾ ਹੈ, ਤੇ ਤੁਸੀਂ ਕਮ ਸੇ ਕਮ ਉਹਨਾਂ ਨੂੰ ਪ੍ਰੋਟੈਕਸ਼ਨ ਨਹੀਂ ਪ੍ਰੋਵਾਈਡ ਕਰ ਸਕਦੇ, ਦੋਸ਼ ਤੁਸੀਂ ਦੂਜਿਆਂ ਤੇ ਲਾਉਂਦੇ ਫਿਰਦੇ। ਇਹ ਚੀਜ਼ ਉਹਨਾਂ ਦੇ ਖਿਲਾਫ ਜਾ ਰਹੀ ਹੈ। ਹੁਣ ਮੇਰਾ ਖਿਆਲ ਹੈ ਇੰਡੀਅਨ ਗਵਰਨਮੈਂਟ ਇਸ ਕਰਕੇ ਥੋੜੀ ਅਗਰੈਸਿਵ ਹੋਈ ਹੈ, ਪਰ ਪੰਜਾਬ ਗਵਰਨਮੈਂਟ ਨੂੰ ਇਹ ਗੱਲ ਸਮਝਣੀ ਚਾਹੀਦੀ ਹੈ ਕਿ ਸਾਡਾ ਹਿੱਤ ਉੱਥੇ ਬਹੁਤ ਜ਼ਿਆਦਾ ਹੈ, ਬਹੁਤ ਜ਼ਿਆਦਾ। ਪੰਜਾਬ ਦਾ ਹਿੱਤ ਬਹੁਤ ਜ਼ਿਆਦਾ, ਸਾਡੇ ਮਾਈਗ੍ਰੈਂਟ ਸਭ ਤੋਂ ਜ਼ਿਆਦਾ ਨੇ ਅਸਲ ਦੇ ਵਿੱਚ। ਪਰ ਉਹਨਾਂ ਤੋਂ ਹੀ ਕਿੰਨੀ ਹਮਾਇਤ ਲੈ ਕੇ, ਉਹਨਾਂ ਤੋਂ ਕਿੰਨੇ ਫੰਡ ਲੈ ਕੇ ਮਤਲਬ ਸਾਡੇ ਪੋਲੀਟੀਸ਼ੀਅਨ ਨੇ ਤੁਰੇ ਰਹਿੰਦੇ ਨੇ। ਬਿਲਕੁਲ। ਸੋ ਇਹਨਾਂ ਨੂੰ ਚਾਹੀਦਾ ਹੈ ਕਿ ਇਸ ਦੁੱਖ ਦੀ ਘੜੀ ਦੇ ਵਿੱਚ ਜਾਂ ਪੈਨਿਕ ਦੀ ਘੜੀ ਦੇ ਵਿੱਚ ਇਹ ਅੱਗੇ ਆਉਣ, ਠੀਕ ਇਨਫੋਰਮੇਸ਼ਨ ਦੇਣ, ਠੀਕ ਹੈਲਪ ਵੀ ਪ੍ਰੋਵਾਈਡ ਕਰਨ ਜਿੱਥੇ ਕੋਈ ਜ਼ਰੂਰ। ਔਰ ਡਾਕਟਰ ਸਾਹਿਬ, ਮਜਬੂਰੀ ਕੀ ਹੈ ਭਗਵੰਤ ਮਾਨ ਇੰਨਾ ਟਾਈਮ, ਕਿਉਂਕਿ ਕਈ ਘੰਟਿਆਂ ਦੀ ਗੱਲ ਹੋ ਗਈ, ਅੱਜ ਤੀਜਾ ਦਿਨ ਹੋ ਚੱਲਿਆ ਔਰ ਹੋਰ ਨਹੀਂ ਚੱਲਿਆ, ਖਤਮ ਹੋ ਚੱਲਿਆ। ਔਰ ਇਹ ਸਥਿਤੀਆਂ ਜਿਹੜੀਆਂ ਜੋ ਬਣੀਆਂ ਹੋਈਆਂ ਨੇ, ਪੂਰੀ ਸਥਿਤੀ ਤੇ ਭਗਵੰਤ ਮਾਨ ਚੁੱਪ ਨੇ। ਇਹ ਮਜਬੂਰੀ ਕੀ ਹੈ? ਕੁਝ ਲੋਕ ਕਹਿੰਦੇ ਇੱਕ ਬੀਜੇਪੀ ਦੀ ਲਾਈਨ ਤੇ ਹੈ, ਕੁਝ ਕਹਿੰਦੇ ਇੱਕ ਮੋਦੀ ਸ਼ਾਹ ਦੀ ਲਾਈਨ ਤੇ ਹੈ। ਕਿਵੇਂ ਦੇਖਦੇ ਹੋ ਇਸ ਪੂਰੀ ਚੀਜ਼ ਨੂੰ ਕਿ ਵਾਕਈ ਭਗਵੰਤ ਮਾਨ ਨੇ ਜਿਹੜੇ ਉਸੇ ਲਾਈਨ ਤੇ ਨੇ? ਕਿਉਂਕਿ ਇਸ ਤੋਂ ਪਹਿਲਾਂ ਬਹੁਤ ਸਾਰੇ ਜਿਹੜੇ ਵਿਸ਼ੇ ਜਾਂ ਮੁੱਦੇ ਇਹੋ ਜਿਹੇ ਆਏ ਜਿੱਥੇ ਭਗਵੰਤ ਮਾਨ ਬੀਜੇਪੀ ਦੀ ਲਾਈਨ ਤੇ ਖੜਦੇ ਦਿਖਾਈ ਦਿੱਤੇ। ਤਾਂ ਕੀ ਇੱਕ ਵਾਰ ਫਿਰ ਭਗਵੰਤ ਮਾਨ ਬੀਜੇਪੀ ਦੀ ਲਾਈਨ ਤੇ ਹੈ, ਜਾਂ ਫਿਰ ਇਹ ਕਹਿਣਗੇ ਕਿ ਭਾਈ ਦੇਸ਼ ਦਾ ਮੁੱਦਾ ਹੈ, ਜਾਂ ਫਿਰ ਪੰਜਾਬੀਆਂ ਨੂੰ ਵਿਸਾਰ ਦੇਣਗੇ? ਦੇਖੋ, ਦੇਸ਼ ਵੀ ਜ਼ਰੂਰੀ ਹੈ। ਜਿਸ ਸੂਬੇ ਦੀ ਤੁਸੀਂ ਨੁਮਾਇੰਦਗੀ ਕਰ ਰਹੇ ਹੋ, ਜਿਨ੍ਹਾਂ ਲੋਕਾਂ ਨੇ ਤੁਹਾਨੂੰ ਇੰਨਾ ਮਾਣ ਬਖਸ਼ਿਆ ਹੈ, ਉਹ ਵੀ ਜ਼ਰੂਰੀ ਨੇ, ਕਿਉਂਕਿ ਇਹ ਦੋ ਦੇਸ਼ ਵੀ, ਇਹ ਲੋਕ ਵੀ ਤਾਂ ਉਸੇ ਹੀ ਦੇਸ਼ ਦੇ ਨੇ ਨਾ। ਸਾਡੇ ਪ੍ਰਧਾਨ ਮੰਤਰੀ ਨੇ, ਉਹ ਸਾਡੇ ਨੇ। ਸਭ ਤੋਂ ਪਹਿਲਾਂ ਅਸੀਂ ਦੇਸ਼ ਨਾਲ ਖੜਨਾ ਹੈ। ਪਰ ਦੂਜੇ ਪਾਸੇ ਗੱਲ ਇਹ ਹੈ ਕਿ ਸਾਡੇ ਲੋਕਾਂ ਦੀ ਵੀ ਗੱਲ ਤਾਂ ਰੱਖੋ ਨਾ, ਚਾਹੇ ਉਹ ਕੈਨੇਡਾ ਦੇ ਵਿੱਚ ਬੈਠੇ ਹੈ
ਚਾਹੇ ਉਹ ਇੱਥੇ ਬੈਠੇ ਹੋਏ ਹੈ, ਔਰ ਪ੍ਰਧਾਨ ਮੰਤਰੀ ਤੱਕ ਇਹ ਗੱਲ ਪਹੁੰਚਾ ਕਿਉਂ ਨਹੀਂ ਰਹੇ ਕਿ ਭਾਈ ਤੁਸੀਂ ਜਿਹੜੀ ਵੀ ਕੋਈ ਗੱਲਬਾਤ ਹੈ ਇਹ ਬੈਠ ਕੇ ਹੱਲ ਕਰ ਲਓ। ਅਜੇ ਦੇ ਵਿੱਚ ਸਾਡੇ ਪੰਜਾਬ ਦੇ ਹਾਲਾਤ ਖਰਾਬ ਹੁੰਦੇ ਹੈ, ਲੋਕਾਂ ਦੇ ਵਿੱਚ ਡਰ ਦਾ ਮਾਹੌਲ ਹੈ, ਸਹਿਮ ਦਾ ਮਾਹੌਲ ਹੈ, ਬਹੁਤ ਜ਼ਰੂਰੀ ਹੈ ਸਾਡੇ ਖਾਸ ਕਰਕੇ ਸਿੱਖਾਂ ਵਾਸਤੇ, ਪੰਜਾਬੀਆਂ ਵਾਸਤੇ। ਤਾਂ ਮੇਰਾ ਖਿਆਲ ਹੈ ਸੁਖਵਿੰਦਰ ਜੀ, ਮੈਨੂੰ ਲੱਗਦਾ ਇਗਨੋਰੈਂਸ ਵੀ ਹੈ, ਕੋਈ ਸਲਾਹ ਦੇਣ ਵਾਲਾ ਵੀ ਨਹੀਂ ਹੈਗਾ ਵੀ ਇਹ ਵੱਡਾ ਮਸਲਾ ਹੈ, ਤੁਹਾਨੂੰ ਇਹਦੇ ਤੇ ਤੁਰੰਤ ਭਾਵ ਬੋਲਣਾ ਚਾਹੀਦਾ ਸੀ। ਇਹ ਛੋਟੇ-ਮੋਟੇ ਮਸਲਿਆਂ ਤੇ ਕੀਨੂਆਂ ਵਗੈਰਾ ਦੇ ਉੱਪਰ ਜ਼ਿਆਦਾ ਇਹਨਾਂ ਦੀ ਐਕਸਪਰਟਾਈਜ਼ ਹੈਗੀ ਹੈ, ਇਸ ਮਾਮਲੇ ਦੀ ਇਗਨੋਰੈਂਸ ਵੀ ਕਹਿ ਸਕਦੇ ਹਾਂ। ਦੂਜੀ ਚੀਜ਼ ਇਹ ਹੈ ਕਿਉਂਕਿ ਖਾਲਿਸਤਾਨੀਆਂ ਦਾ ਮਸਲਾ ਉੱਠ ਰਿਹਾ, ਇਹ ਉਸ ਤੋਂ ਵੀ ਡਰਦੇ ਨੇ ਕਿ ਸਾਡੇ ਉੱਪਰ ਕੋਈ ਇਸ ਤਰ੍ਹਾਂ ਦਾ ਕਿਤੇ ਉਹ ਨਾ ਲੱਗ ਜਾਵੇ। ਪਰ ਇਹਨਾਂ ਨੂੰ ਇਹ ਸਮਝਣਾ ਚਾਹੀਦਾ ਹੈ ਕਿ ਮੁੱਦਾ ਖਾਲਿਸਤਾਨ ਦਾ ਨਹੀਂ ਹੈ, ਮੁੱਦਾ ਅਸਲ ਵਿੱਚ ਸਾਡੇ ਪੰਜਾਬੀ ਮਾਈਗ੍ਰੈਂਟਸ ਦਾ ਹੈ। ਖਾਲਿਸਤਾਨ ਦਾ ਇੱਕ ਬਹੁਤ ਛੋਟੀ ਜਿਹੀ ਉੱਥੇ ਲੌਬੀ ਹੈ, ਐਵੇਂ ਜਿਹੜੇ ਕਾਰਕੁਨ ਹੈ, ਤੇ ਬਹੁਤ ਜ਼ਿਆਦਾ ਨਹੀਂ ਹੈਗੇ। ਸਾਡੇ ਬਹੁਤ ਜਿਹੜਾ ਰਿਸਕ ਦੇ ਉੱਪਰ ਸਾਡੇ ਸਟੂਡੈਂਟ ਕਮਿਊਨਿਟੀ ਹੈ ਇਸ ਦੇ ਵਿੱਚ। ਸੋ ਇਹਨਾਂ ਨੂੰ ਪਤਾ ਨਹੀਂ ਕਿਉਂ, ਮੇਰਾ ਖਿਆਲ ਹੈ ਇਹ ਗੱਲ ਤੋਂ ਵੀ ਠੀਕ ਲੱਗ ਰਹੀ ਹੈ ਕਿ ਇਹ ਮੇਰਾ ਖਿਆਲ ਸੈਂਟਰਲ ਗੌਰਮੈਂਟ ਦੇ ਨਾਲ ਵਿਗਾੜ ਨਹੀਂ ਪਾਉਣਾ ਚਾਹੁੰਦੇ। ਖਾਸ ਕਰਕੇ ਜਿਹੜੇ ਪ੍ਰਾਇਮਰੀ ਮਸਲੇ ਨੇ ਉਹਨਾਂ ਦੇ ਉੱਪਰ ਲਗਭਗ ਉਸੇ ਪਾਸੇ ਹੀ ਭੁਗਤਦੇ ਨੇ ਹਮੇਸ਼ਾ। ਸੋ ਇਸ ਮਾਮਲੇ ਦੇ ਵਿੱਚ ਵੀ ਮੇਰਾ ਖਿਆਲ ਜਿਹੜੀ ਦੁਵਿਧਾ ਹੈ ਉਹ ਇਸ ਕਰਕੇ ਹੈ ਕਿ ਸੈਂਟਰਲ ਗੌਰਮੈਂਟ ਦਾ ਜਿਹੜਾ ਏਜੰਡਾ ਹੈ, ਮਤਲਬ ਉਹਦੇ ਉੱਪਰ ਬੋਲਣਾ ਪਊਗਾ। ਖਾਲਿਸਤਾਨ ਦਾ ਮਸਲਾ ਉੱਠੂਗਾ ਤਾਂ ਹਿੰਦੂ ਰਾਸ਼ਟਰ ਦਾ ਵੀ ਨਾਲ ਉੱਠਦਾ ਹੈ। ਸੋ ਇਹਨਾਂ ਦੀ ਖਾਮੋਸ਼ੀ ਹੈ ਜਿਹੜੀ, ਮੇਰਾ ਖਿਆਲ ਹੈ ਇਹ ਕਨਾਈਵੈਂਸ ਹੈ ਕਿਸਮ ਦੀ ਸੈਂਟਰਲ ਗੌਰਮੈਂਟ ਦੇ ਨਾਲ। ਜੇ ਨਹੀਂ ਬੋਲਣਗੇ ਤਾਂ ਲੋਕਾਂ ਦੇ ਮਨ ਦੇ ਵਿੱਚ ਇਹੀ ਭਾਵ ਜਾਊਗਾ ਕਿ ਅੰਦਰੋਂ ਅੰਦਰੀ ਕੋਈ ਨਾ ਕੋਈ ਕਿਤੇ ਨਾ ਕਿਤੇ ਸੁਰ ਰਲਦੀ ਹੈ, ਪਰ ਪੰਜਾਬੀਆਂ ਦੀ ਚਿੰਤਾ ਨਹੀਂ ਸਤਾ ਰਹੀ ਹੈ। ਬਿਲਕੁਲ ਬਿਲਕੁਲ। ਤਾਂ ਭਗਵੰਤ ਮਾਨ ਨੂੰ ਜ਼ਰੂਰ ਜਿਹੜੀ ਆਵਾਜ਼ ਚੱਕਣੀ ਚਾਹੀਦੀ ਆ। ਇਹ ਤਾਂ ਭਗਵੰਤ ਮਾਨ ਨੇ ਆਵਾਜ਼ ਨਹੀਂ ਚੱਕੀ, ਇਹ ਤਾਂ ਜ਼ਰੂਰ ਚੁੱਪ ਭਗਵੰਤ ਮਾਨ ਦੀ ਸਾਨੂੰ ਚੁੱਭ ਰਹੀ ਹੈ, ਲੋਕਾਂ ਨੂੰ ਵੀ ਚੁੱਭ ਰਹੀ ਹੈ। ਪਰ ਦੂਜੇ ਪਾਸੇ ਇੱਕ ਚਿੱਠੀ ਲਿਖ ਦਿੱਤੀ, ਕਹਿੰਦੇ RDF ਫੰਡ ਨੂੰ ਲੈ ਕੇ, ਕਹਿੰਦੇ ਕਿ ਰਾਸ਼ਟਰਪਤੀ ਸਾਹਿਬ ਦੇ ਕੋਲੇ, ਪ੍ਰਧਾਨ ਮੰਤਰੀ ਸਾਹਿਬ ਦੇ ਕੋਲੇ, ਰਾਜਪਾਲ ਸਾਹਿਬ ਤੁਸੀਂ ਸਾਡੀ ਆਵਾਜ਼ ਜਿਹੜੀ ਆ ਚੁੱਕੋ, ਪੰਜਾਬ ਦੇ ਹੱਕ ਜਿਹੜੇ ਸਾਨੂੰ ਦਿਵਾਓ, RDF ਫੰਡ ਜਿਹੜੇ ਉਹ ਦਿਵਾਓ ਸਾਨੂੰ। ਦੂਜੇ ਪਾਸੇ ਇਹ ਸਥਿਤੀਆਂ ਦੋ ਨੇ, ਸਮਝਣ ਦੀ ਲੋੜ ਹੈ ਸਰ। ਇੱਕ ਪਾਸੇ ਪਹਿਲਾਂ ਆਪ ਗੱਲ ਕਰ ਚੁੱਕੇ ਹੈ, ਉਹਨਾਂ ਦੇ ਅੱਗੇ ਅੱਖਾਂ ਦਿਖਾਉਂਦੇ ਸੀ ਤੇ ਉਹਨਾਂ ਨੇ ਨਹੀਂ RDF ਫੰਡ ਜਾਰੀ ਕੀਤੇ। ਫਿਰ ਇਹਨਾਂ ਨੇ ਕੋਰਟ ਦੀ ਵੀ ਉਹਨਾਂ ਨੂੰ ਧਮਕੀ ਦਿੱਤੀ ਹੈ। ਹਾਲਾਂਕਿ ਸਰਕਾਰ ਇਹ ਗੱਲ ਕਹਿ ਰਹੀ ਹੈ ਕਿ ਭਾਈ ਤੁਹਾਨੂੰ ਜਿਹੜੇ ਪਹਿਲਾਂ ਫੰਡ ਦਿੱਤੇ ਹੋਏ ਆ ਇਸ ਸੰਬੰਧੀ ਉਹ ਤੁਸੀਂ ਜਿੱਥੇ ਵਰਤਨੇ ਸੀ ਉੱਥੇ ਵਰਤੇ ਨਹੀਂ, ਉੱਥੇ ਤੁਸੀਂ ਇਸ਼ਤਿਹਾਰਾਂ ਤੇ ਜਾਂ ਹੋਰ ਪਾਸੇ ਜਿਹੜੇ ਵਰਤ ਦਿੱਤੇ ਆ। ਪਹਿਲਾਂ ਦੱਸੋ, ਸਾਨੂੰ ਜਾਣਕਾਰੀ ਦਿਓ ਕਿ ਕਿੱਥੇ ਕਿੱਥੇ ਉਹ ਵਰਤੇ ਆ ਤੇ ਕਿਉਂ ਗਲਤ ਤਰੀਕੇ ਨਾਲ ਵਰਤੇ ਗਏ ਆ। ਉਹ ਕਹਿੰਦੇ ਜਾਣਕਾਰੀ ਦਿਓ, ਅਜਿਹੀਆਂ ਖਬਰਾਂ ਆ ਰਹੀਆਂ ਨੇ। ਤਾਂ ਇਹਨਾਂ ਨੇ ਕਹਿੰਦੇ ਜਾਣਕਾਰੀ ਨਹੀਂ ਦਿੱਤੀ। ਫਿਰ ਇਹ ਸੁਪਰੀਮ ਕੋਰਟ ਚਲੇ ਗਏ ਨੇ, ਜਿਹਦੀ ਤਰੀਕ ਜਿਹੜੀ 25 ਸਤੰਬਰ ਹੈ। ਇੱਕ ਪਾਸੇ ਸੁਪਰੀਮ ਕੋਰਟ ਦੇ ਵਿੱਚ ਜਾਈ ਫਿਰਦੇ ਆ, ਦੂਜੇ ਪਾਸੇ ਹੁਣ ਰਾਜਪਾਲ ਸਾਹਿਬ ਨੂੰ ਵੀ ਵਿੱਚ ਅੜਾਈ ਜਾਂਦੇ ਆ, ਕਹਿੰਦੇ ਕਿ ਤੁਸੀਂ ਸਾਡੀ ਗੱਲ ਰੱਖੋ। ਮੈਨੂੰ ਲੱਗਦਾ ਕਿ ਮਸਲਾ ਹੱਲ ਘੱਟ ਕਰਵਾਉਣਾ ਚਾਹੁੰਦੇ ਆ ਰਾਜਪਾਲ ਸਾਹਿਬ ਤੋਂ ਮੁੱਖ ਮੰਤਰੀ ਸਾਹਿਬ। ਇਹ ਚੀਜ਼ ਲੋਕਾਂ ਨੂੰ ਜ਼ਿਆਦਾ ਜਿਤਾਉਣਾ ਚਾਹੁੰਦੇ ਆ ਕਿ ਭਾਈ ਦੇਖ ਲਓ, ਮੈਂ ਚਿੱਠੀਆਂ ਦੇ ਜਵਾਬ ਨਹੀਂ ਦਿੱਤੇ ਤਾਂ ਮੈਨੂੰ ਧਮਕੀ ਦਿੰਦੇ ਸੀਗੇ ਕਿ ਮੈਂ ਰਾਸ਼ਟਰਪਤੀ ਨਾਲ ਗੱਲ ਕਰੂੰ ਰਾਜਪਾਲ ਸਾਹਿਬ, ਤੇ ਹੁਣ ਪੰਜਾਬ ਦੀ ਗੱਲ ਆਈ ਹੈ ਤੇ ਰਾਸ਼ਟਰਪਤੀ ਨਾਲ ਗੱਲ ਕਰ ਨਹੀਂ ਰਹੇ। ਇਹ ਸਥਿਤੀਆਂ ਹੈ ਕਿ ਥੋੜਾ ਜਿਹਾ ਸਥਿਤੀ ਸਪਸ਼ਟ ਕਰਿਓ ਜੀ। ਸੁਖਵਿੰਦਰ ਜੀ, ਦੋ ਤਿੰਨ ਕਾਰਨ ਨੇ। ਇੱਕ ਤਾਂ ਦੇਖੋ, ਮੈਂ ਤੁਹਾਨੂੰ ਸੱਚੀ ਗੱਲ ਦੱਸਦਾ, ਵਾਰ-ਵਾਰ ਆਪਾਂ ਇਹ ਕਹਿੰਦੇ ਹਾਂ ਕਿ ਗਵਰਨੈਂਸ ਦੇ ਉੱਪਰ ਗ੍ਰਿਪ ਨਹੀਂ ਹੈ। ਪਹਿਲਾਂ ਵੀ ਗਵਰਨਰ ਨੇ ਵੀ ਜਦੋਂ ਇਹਨਾਂ ਨੇ ਰੌਲਾ ਰੱਪਾ ਪਾਇਆ ਤਾਂ ਉਹਨੇ ਕਿਹਾ ਕਿ ਮੈਨੂੰ ਕੋਈ ਪ੍ਰਪੋਜ਼ਲ ਤਾਂ ਭੇਜੋ। ਹੜ੍ਹਾਂ ਦੇ ਸੰਬੰਧ 'ਚ ਵੀ ਉਹਨੇ ਕਿਹਾ ਕਿ ਤੁਸੀਂ ਕੰਕਰੀਟ ਕੋਈ ਪ੍ਰਪੋਜ਼ਲ ਭੇਜੋ ਤਾਂ ਮੈਂ ਅੱਗੇ ਭੇਜਾਂ। ਉਹਨੂੰ ਯਾਦ ਆਉਣਾ ਹੈ ਕਿ 26 ਜਨਵਰੀ ਦਾ ਜਿਹੜਾ ਆਪਣੇ ਸੀ, ਜਿਹੜਾ ਝਾਕੀ ਨਹੀਂ ਸੀ ਭੇਜੀ ਟਾਈਮ ਸਿਰ। ਮਤਲਬ ਗਵਰਨੈਂਸ ਜਿਹੜੀ ਚੀਜ਼ਾਂ ਸਰਕਾਰੀ ਤੌਰ ਤੇ, ਪ੍ਰਸ਼ਾਸਨਿਕ ਤੌਰ ਤੇ ਕਰਨੀਆਂ ਹੁੰਦੀਆਂ ਨੇ, ਜਿਹੜੀ ਗ੍ਰਾਂਟ ਸਾਨੂੰ ਆਉਂਦੀ ਹੈ ਉਹ ਇੱਕ ਪ੍ਰੋਸੀਜਰ ਦੇ ਨਾਲ ਖਰਚੀ ਜਾਂਦੀ ਹੈ। ਖਰਚਣ ਤੋਂ ਬਾਅਦ ਉਹਦਾ ਯੂਟਿਲਾਈਜੇਸ਼ਨ ਸਰਟੀਫਿਕੇਟ ਭੇਜਣਾ ਹੁੰਦਾ ਤਾਂ ਅਗਲੀ ਗ੍ਰਾਂਟ ਕਲੇਮ। ਉਹਨਾਂ ਚੀਜ਼ਾਂ ਨੂੰ ਇਗਨੋਰ ਕਰਕੇ ਅਸਲ ਦੇ ਵਿੱਚ ਇਹਨਾਂ ਨੇ ਪਹਿਲਾਂ ਕਮਲ ਪੁੱਟ ਲਿਆ, ਜਿਹਦੇ ਕਰਕੇ ਉਹਨਾਂ ਨੇ 1% RDF ਤੇ ਵੀ ਤੇ MDF ਤੇ ਵੀ ਦੋਨਾਂ ਦੇ ਉੱਪਰ ਉਹਨਾਂ ਨੇ ਕੱਟ ਲਾ ਕੇ 3% ਦੀ ਬਜਾਏ 2% ਰਹਿ ਗਿਆ। ਔਰ ਉਹਦਾ ਆਪ ਹੀ ਇਹਨਾਂ ਨੇ ਆਪਣੀ ਚਿੱਠੀ 'ਚ ਲਿਖਿਆ ਹੈ ਕਿ ਉਹ ਸਾਡਾ ਪੈਸਾ 440 ਕਰੋੜ ਬਣਦਾ ਹੈ ਕਿ ਜਿਹੜਾ ਸਾਨੂੰ ਨਹੀਂ ਦਿੱਤਾ ਗਿਆ। ਪਰ ਇਹਨਾਂ ਨੇ ਪ੍ਰੋਸੀਜਰਲ ਜਿਹੜੀ ਡਿਮਾਂਡ ਸੀਗੀ ਉਹ ਰੇਜ਼ ਨਹੀਂ ਕਰੀਆਂ ਟਾਈਮ ਤੇ। ਗਵਰਨਰ ਨੇ ਵੀ ਇਸ਼ੂ ਰੇਜ਼ ਕਰਿਆ ਸੀ, ਪਰ ਹੁਣ ਚਲੋ ਹੁਣ ਵੀ ਕਰਿਆ ਤਾਂ ਮੈਂ ਸਮਝਦਾ ਚੰਗਾ ਕਰਿਆ। ਚਲੋ ਪਹਿਲਾਂ ਤਾਂ ਕਹਿੰਦੇ ਸੀ ਵੀ ਇਹ ਸਿਲੈਕਟਡ ਹੈ, ਅਸੀਂ ਇਲੈਕਟਡ ਆ, ਸਾਡੇ ਨਾਲ ਇਲੈਕਸ਼ਨ ਲੜ ਕੇ ਦੇਖ ਲਵੇ। ਉਹ ਗੱਲ ਨੂੰ ਛੱਡ ਕੇ ਦੇਖੋ ਪੰਜਾਬ ਦਾ ਕਿੰਨਾ ਨੁਕਸਾਨ ਹੋਇਆ ਉਸ ਦੇ ਨਾਲ, ਸਿਰਫ ਈਗੋ ਦੀ ਕਰਕੇ। ਜੇ ਹੁਣ ਵੀ ਇਹਨਾਂ ਨੇ ਅਪਰੋਚ ਕੀਤਾ, ਮੈਂ ਸਮਝਦਾ ਚੰਗੀ ਗੱਲ ਹੈ, ਕੋਈ ਮਾੜੀ ਗੱਲ ਨਹੀਂ ਹੈ। ਪਰ ਹੁਣ ਤਾਂ ਇਹ ਸੁਪਰੀਮ ਕੋਰਟ 'ਚ ਖੁਦ ਗਏ ਹੋਏ ਨੇ, ਹੁਣ ਇਹਨਾਂ ਗੱਲਾਂ ਦਾ ਕੋਈ ਖਾਸ ਮੀਨਿੰਗ ਨਹੀਂ ਰਹਿ ਗਿਆ। ਜਿਹੜਾ ਟਾਈਮ ਸਿਰ ਤੁਸੀਂ ਅਪਰੋਚ ਕਰਨਾ ਸੀ। ਮੈਨੂੰ ਇਉਂ ਹੀ ਲੱਗਦਾ ਡਾਕਟਰ ਸਾਹਿਬ, ਮੈਨੂੰ ਇਉਂ ਹੀ ਲੱਗਦਾ ਕਿ ਜਿਵੇਂ ਜਾਣਬੁੱਝ ਕੇ
ਇਸ ਤੇ ਕਿਹਾ ਗਿਆ ਹੋਵੇ। ਜਿਹੜੀਆਂ ਸਥਿਤੀਆਂ ਮੈਂ ਸਪਸ਼ਟ ਕਰਕੇ ਹਟਿਆ ਕਿ ਭਾਈ ਇਹ ਦੱਸਣਾ ਚਾਹੁੰਦੇ ਆ ਕਿ ਪਹਿਲਾਂ ਤਾਂ ਇਹ ਗਏ ਨਹੀਂ, ਸਾਡੀਆਂ ਚਿੱਠੀਆਂ ਦੇ ਜਵਾਬ ਨਾ ਦੇਣ ਦੇ ਚੱਕਰ ਦੇ ਵਿੱਚ ਸਾਨੂੰ ਧਮਕੀ ਦਿੰਦੇ ਆ ਕਿ ਮੈਂ ਰਾਸ਼ਟਰਪਤੀ ਕੋਲੇ ਜਾਊਂ। ਪੰਜਾਬ ਦੀ ਗੱਲ ਕਰਨ ਲਈ ਉੱਥੇ ਨਹੀਂ ਗਏ, ਕਿਉਂਕਿ ਰਾਜਪਾਲ ਸਾਹਿਬ ਇੱਕ ਵਾਰੀ ਸੋਚਣਗੇ ਤਾਂ ਸਹੀ ਨਾ ਕਿ ਭਾਈ ਸੁਪਰੀਮ ਕੋਰਟ ਦੇ ਵਿੱਚ ਵੀ ਮਸਲਾ ਚੱਲ ਰਿਹਾ। ਔਰ ਦੂਜੇ ਪਾਸੇ ਕੁਝ ਲੋਕ ਇਹ ਵੀ ਸੋਚਦੇ ਆ ਕਿ ਇੱਕ ਪਾਸੇ ਭਗਵੰਤ ਮਾਨ ਕਹਿੰਦੇ ਆ ਕਿ ਸਾਡੀ ਸਿਆਸਤ ਦੇ ਵਿੱਚ ਸਾਡੇ ਸਿਆਸੀ ਤੌਰ ਤੇ ਦਖਲਅੰਦਾਜ਼ੀ ਕਰ ਰਹੇ ਆ ਜਿਹੜੇ ਰਾਜਪਾਲ ਸਾਹਿਬ ਨੇ, ਔਰ ਇੱਕ ਪਾਸੇ ਖੁਦ ਚਿੱਠੀ ਲਿਖ ਕੇ ਭਗਵੰਤ ਮਾਨ ਉਹਨਾਂ ਨੂੰ ਸਿਆਸੀ ਦਖਲਅੰਦਾਜ਼ੀ ਕਰਨ ਦੀ ਗੱਲ ਲਈ ਸੱਦਾ ਦੇ ਰਹੇ ਆ ਰਾਜਪਾਲ ਸਾਹਿਬ ਨੂੰ। ਇਹ ਗੱਲ ਕੀ ਹੈ? ਸੁਖਵਿੰਦਰ ਜੀ, ਨਹੀਂ, ਇਹ ਸਿਆਸੀ ਦਖਲਅੰਦਾਜ਼ੀ ਤਾਂ ਨਹੀਂ ਹੈ। ਸਿਆਸੀ ਦਖਲਅੰਦਾਜ਼ੀ ਦੀ ਬਜਾਏ ਉਹਨਾਂ ਨੂੰ ਇਹ ਪਹਿਲਾਂ ਆਪਣਾ ਰੋਲ ਜਿਹੜਾ ਉਹਨਾਂ ਦਾ ਸੀ ਉਹ ਨਹੀਂ ਸੀ ਕਰਦੇ, ਤੇ ਰੀਕਗਨਾਈਜ਼ ਹੀ ਨਹੀਂ ਸੀ ਕਰ ਰਹੇ ਕਿ ਉਹਦਾ ਕੋਈ ਰੋਲ ਵੀ ਹੈ। ਹੈਲੀਕਾਪਟਰਾਂ ਦੀ ਰੌਲਾ ਪਾ ਲਿਆ ਸੀ ਵੀ ਏਦਾਂ ਕਰਦੇ ਨੇ ਜੀ, ਉਦਾਂ ਕਰਦੇ, ਪਹਿਲਾਂ ਉਹਦੇ ਨਾਲ ਆਡਾ ਲਾਇਆ ਹੋਇਆ ਸੀ ਕਿਸਮ ਦਾ। ਪਰ ਦੇਖੋ, ਜਿਹੜਾ ਇੱਕ ਬੰਦਾ ਕੁਰਸੀ ਤੇ ਬੈਠਾ, ਤੁਹਾਨੂੰ ਪਸੰਦ ਹੋਵੇ ਨਾ ਹੋਵੇ, ਕੁਝ ਇੰਸਟੀਟਿਊਸ਼ਨਲ ਚੀਜ਼ਾਂ ਹੁੰਦੀਆਂ, ਤੁਸੀਂ ਉਹ ਇੰਸਟੀਟਿਊਸ਼ਨਲ ਤਰੀਕੇ ਨਾਲ ਹੀ ਚੱਲਣਾ ਹੁੰਦਾ, ਤੁਸੀਂ ਪਸੰਦ ਕਰੋ ਨਾ ਕਰੋ। ਹੁਣ ਮੇਰਾ ਖਿਆਲ ਹੈ ਜਿਹੜਾ ਪ੍ਰੈਸ਼ਰ ਬਣ ਰਿਹਾ ਹੈ ਉਹ ਇਸ ਗੱਲ ਦੇ ਬਣ ਰਿਹਾ ਕਿਉਂਕਿ 25 ਤਰੀਕ ਹੈ। ਸੁਪਰੀਮ ਕੋਰਟ ਨੇ ਪਹਿਲਾਂ ਵੀ ਬੜੀਆਂ ਮਾੜੀਆਂ ਟਿੱਪਣੀਆਂ ਇਹਨਾਂ ਦੇ ਉੱਪਰ ਕਰੀਆਂ ਸੀ ਕਿ ਤੁਸੀਂ ਚਿੱਠੀਆਂ ਦੇ ਜਵਾਬ ਨਹੀਂ ਦਿੱਤੇ, ਤੁਹਾਨੂੰ ਦੇਣੇ ਚਾਹੀਦੇ ਨੇ। ਇਹਨਾਂ ਨੇ ਉਹਨੂੰ ਕਵਰ ਕਰਨ ਦੇ ਲਈ ਹੁਣ ਇਹ ਚਿੱਠੀ ਲਿਖੀ ਹੈ, ਕਿਉਂਕਿ ਸੁਪਰੀਮ ਕੋਰਟ ਤੋਂ ਉਹਨਾਂ ਦੇ ਵਕੀਲ ਪੁੱਛਣਗੇ ਕਿ ਤੁਸੀਂ ਗਵਰਨਰ ਨੂੰ ਅਪਰੋਚ ਕੀਤਾ ਕਿ ਨਹੀਂ ਕੀਤਾ। ਇੱਕ ਤਾਂ ਉਹਨੂੰ ਇਹ ਕਵਰ ਕਰਨ ਦੇ ਲਈ ਹੋ ਸਕਦੀ ਹੈ। ਦੂਜੀ ਚੀਜ਼ ਇਹ ਹੈ ਕਿ ਜਦੋਂ ਤੁਸੀਂ ਵਿਕਟਮ ਕਾਰਡ ਪਲੇ ਕਰਦੇ ਹੋ ਹਰ ਵਾਰੀ ਕਿ ਜੀ ਸਾਨੂੰ ਮਾਰ ਲਿਆ, ਸਾਨੂੰ ਢਾ ਲਿਆ, ਸਾਡੇ ਨੋਟੀਫਿਕੇਸ਼ਨ ਹੋ ਗਿਆ, ਸਾਨੂੰ ਕੇਂਦਰੀ ਗਵਰਨਮੈਂਟ ਖਾ ਗਈ, ਸਾਨੂੰ ਉਹਨਾਂ ਦਾ ਏਜੰਟ ਖਾ ਗਏ, ਉਹਨਾਂ ਦਾ ਏਜੰਟ ਇੱਥੇ ਸਾਡੇ ਬੈਠਾ ਹੈ, ਮਤਲਬ ਕਿੰਨਾ ਕੁਝ ਬੋਲਿਆ ਗਿਆ। ਮਤਲਬ ਹੁਣ ਤੁਸੀਂ ਮੁੜ ਕੇ ਉੱਥੇ ਹੀ ਉਸ ਰਸਤੇ ਤੇ ਹੀ ਆ ਰਹੇ ਹੋ ਤਾਂ ਕੋਈ ਪੁੱਛਣ ਵਾਲਾ ਹੋਵੇ। ਇਹ ਗੱਲਾਂ ਤਾਂ ਪਹਿਲਾਂ ਵੀ ਹੋ ਸਕਦੀਆਂ ਸੀ ਕਿ ਪਹਿਲਾਂ ਅੰਗਰੇਜ਼ੀ ਲਿਖਣਾ ਹੀ ਨਹੀਂ ਸੀ ਆਉਂਦੀ ਜਾਂ ਅੰਗਰੇਜ਼ੀ ਚਿੱਠੀ ਲਿਖਣ ਵਾਲਾ ਨਹੀਂ ਸੀ ਕੋਈ। ਇਹੀ ਚਿੱਠੀ ਹੈ ਜਿਹੜੀ ਹੁਣ ਤੁਸੀਂ ਜੋ ਲਿਖ ਰਹੇ ਹੋ, ਇਹ ਪਹਿਲਾਂ ਸ਼ੁਰੂ 'ਚ ਹੀ ਲਿਖਣੀ ਸੀ, ਇੱਥੋਂ ਹੀ ਸ਼ੁਰੂ ਕਰਨਾ ਸੀ, ABC ਤੋਂ ਹੀ ਕੰਮ ਸ਼ੁਰੂ ਕਰਨਾ ਸੀ। ਸੋ ਹੁਣ ਇਹ ਹੈ ਕਿ ਉਹ ਜਿਹੜੀ ਬੈਕ ਕੱਢ ਰਹੇ ਨੇ, ਪਰ ਮੈਂ ਫੇਰ ਵੀ ਸਮਝਦਾ ਕਿ ਅਜੇ ਵੀ ਜੇ ਠੀਕ ਰਸਤੇ ਚੱਲ ਪੈਣ, ਅਜੇ ਵੀ ਇਹ ਚੰਗੀ ਗੱਲ। ਬਿਲਕੁਲ, ਉਹਨਾਂ ਧਿਰਾਂ ਨੂੰ, ਗਵਰਨਰ ਨੂੰ ਵੀ ਤੇ CM ਨੂੰ ਵੀ ਪੰਜਾਬ ਦੇ ਹਿੱਤਾਂ ਨੂੰ ਸਰਵਉਪਰੀ ਰੱਖਣਾ ਚਾਹੀਦਾ ਹੈ। ਉਹਦੇ ਲਈ ਦੋਨਾਂ ਨੂੰ ਆਪਣੀ ਈਗੋ ਛੋਟੀ ਕਰਕੇ ਆਪਸ ਵਿੱਚ ਕੋਆਪਰੇਟ ਕਰਨਾ ਚਾਹੀਦਾ। ਪਰ ਅਜੇ ਇਹ ਆਉਣ ਵਾਲੇ ਦਿਨਾਂ 'ਚ ਪਤਾ ਲੱਗੂਗਾ ਕਿ ਕੋਆਪਰੇਸ਼ਨ ਦੇ ਲਈ ਹੈ ਜਾਂ ਇੱਕ ਹੋਰ ਦੁਬਾਰਾ ਫੇਰ ਵਿਕਟਮ ਕਾਰਡ ਖੇਡਣ ਦੇ ਲਈ ਕਿ ਦੇਖੋ ਜੀ ਅਸੀਂ ਚਿੱਠੀਆਂ ਲਿਖਦੇ ਹਾਂ, ਸਾਡਾ ਨਹੀਂ ਜਵਾਬ ਦੇ ਰਹੇ, ਸਾਡੇ ਤੇ ਦੋਸ਼ ਲਾਈ ਜਾਂਦੇ ਕਿ ਅਸੀਂ ਚਿੱਠੀਆਂ ਦਾ ਜਵਾਬ ਨਹੀਂ ਦਿੰਦੇ, ਫਿਰ ਇਹ ਚਿੱਠੀ ਸਿਆਸਤ ਹੋ ਜਾਊਗੀ। ਮੈਂ ਸਮਝਦਾ ਏਦਾਂ ਨਹੀਂ ਹੋਣਾ ਚਾਹੀਦਾ। ਉਹ ਜਿਹੜੇ ਫੈਕਟ ਲਿਖੇ ਨੇ ਇਹਨਾਂ ਨੂੰ ਪ੍ਰੋਪਰਲੀ ਪ੍ਰੋਸੀਜਰਲੀ ਬਥੇਰੇ ਅਫਸਰ ਹੈਗੇ ਨੇ ਸਿਆਣੇ, ਉਹਨਾਂ ਨੂੰ ਅੱਗੇ ਲਾ ਕੇ ਉਸ ਤਰੀਕੇ ਨਾਲ ਪਰਸਿਊ ਕਰਨਾ ਚਾਹੀਦਾ ਤਾਂ ਕਿ ਪੰਜਾਬ ਨੂੰ ਪੈਸੇ ਮਿਲ ਸਕਣ। ਤੁਸੀਂ ਦੇਖਿਆ ਹੋਣਾ ਪਿਛਲੇ ਦਿਨ ਇਹਨਾਂ ਨੇ ਕਿਹਾ ਸੀ ਅਸੀਂ ਪੈਸੇ ਹੀ ਨਹੀਂ ਮੰਗਾਂਗੇ, ਸਾਡੇ ਕੋਲ ਬੜਾ ਡਿਜ਼ਾਸਟਰ ਮੈਨੇਜਮੈਂਟ ਫੰਡ ਹੈ, ਕਿੱਥੇ ਚਲਿਆ ਗਿਆ ਜੀ ਉਹ? ਕਿਸਾਨ ਮੋਰਚੇ ਲਾ ਰਹੇ ਨੇ, ਕੱਲ ਨੂੰ ਕਿਸਾਨਾਂ ਦਾ ਮੋਰਚਾ ਲੱਗ ਰਿਹਾ ਇਸ ਗੱਲ ਦੇ ਉੱਪਰ ਕਿ ਹੜ੍ਹਾਂ ਦਾ ਸਾਨੂੰ ਮੁਆਵਜ਼ਾ ਨਹੀਂ ਦਿੱਤਾ ਗਿਆ। ਪਿਛਲੀ ਪਟਵਾਰੀਆਂ ਦੀ ਸਟ੍ਰਾਈਕ ਕਰਾ ਲਈ ਆਪੇ ਹੀ, ਐਵੇਂ ਖਾਮ ਖਾਓ ਬੋਲ ਬਰਾਲਾ ਕਰਕੇ, ਕੋਈ ਐਡੀ ਗੱਲ ਨਹੀਂ ਸੀ ਉਹ। ਬਿਲਕੁਲ, ਪਰ ਉਹ ਕਿਉਂਕਿ ਮੀਡੀਆ ਦੇ ਵਿੱਚ ਪਲਦੇ ਨੇ ਔਰ ਮਿਸਮੈਨੇਜਮੈਂਟ ਹੈ, ਸਿਰਫ ਖਬਰਾਂ ਤੇ ਜਿਹੜਾ ਪਲਣ ਲਈ ਸਰਕਾਰ ਨਹੀਂ ਹੁੰਦੀ। ਬਿਲਕੁਲ, ਇਹਨਾਂ ਨੂੰ ਇਸ ਗੇਮ ਚੋਂ ਨਿਕਲਣਾ ਚਾਹੀਦਾ ਹੈ। ਉਹ ਮੀਡੀਆ ਦੇ ਵਿੱਚ ਕੋਈ ਬਥੇਰੀ ਇਹਨਾਂ ਦੀ ਚਰਚਾ ਹੋ ਚੁੱਕੀ ਹੈ, ਕੋਈ ਉੱਥੇ ਧਰਮਰਾਜ ਨੇ ਉੱਪਰ ਇਹ ਨਹੀਂ ਦੇਖਣਾ ਕਿ ਕਿੰਨੇ ਅਖਬਾਰਾਂ 'ਚ ਕਿੰਨੇ TV ਚੈਨਲ ਤੇ ਤੁਹਾਡਾ ਕੀ ਕਰਮ ਹੋਏ ਸੀਗੇ, ਉਹਨੇ ਦੇਖਣਾ ਕਿ ਲੋਕਾਂ ਦੀ ਸੇਵਾ ਕਿੰਨੀ ਕਰੀ ਹੈ। ਪਰ ਲੋਕਾਂ ਨੇ ਵੀ ਵੋਟਾਂ ਸੇਵਾ ਲਈ ਪਾਈਆਂ ਸੀ, ਸੇਵਾ ਲਈ ਪਾਈਆਂ। ਬਿਲਕੁਲ, ਚਲੋ ਡਾਕਟਰ ਸਾਹਿਬ, ਤੁਸੀਂ ਅਹਿਮ ਮੁੱਦਿਆਂ ਤੇ ਸਾਡੇ ਨਾਲ ਜੁੜੇ, ਤੁਹਾਡਾ ਬਹੁਤ ਬਹੁਤ ਧੰਨਵਾਦ। ਸ਼ੁਕਰੀਆ ਸੁਖਵਿੰਦਰ ਜੀ, ਸਰੋਤਿਆਂ ਦਾ ਵੀ ਬਹੁਤ ਬਹੁਤ ਸ਼ੁਕਰੀਆ, ਥੈਂਕ ਯੂ। ਤਾਂ ਇਹ ਸਨ ਡਾਕਟਰ ਹਰਵਿੰਦਰ ਸਿੰਘ ਭੱਟੀ ਸਾਹਿਬ, ਜਿਨ੍ਹਾਂ ਦੇ ਵੱਲੋਂ ਇਹਨਾਂ ਅਹਿਮ ਮੁੱਦਿਆਂ ਤੇ ਸਾਡੇ ਨਾਲ ਗੱਲਬਾਤ ਕੀਤੀ ਗਈ ਹੈ। ਉਮੀਦ ਕਰਦੇ ਹਾਂ ਕਿ ਭੱਟੀ ਸਾਹਿਬ ਦੇ ਨਾਲ ਕੀਤੀ ਗੱਲਬਾਤ ਤੁਹਾਨੂੰ ਜ਼ਰੂਰ ਪਸੰਦ ਆਈ ਹੋਊ। ਦੁਬਾਰਾ ਫਿਰ ਮਿਲਾਂਗੇ, ਧੰਨਵਾਦ।